ਵਾਹਿਗੁਰੂ ਸਾਹਿਬ ਜੀ। ਸ੍ਰੀ ਅੰਗਦ ਸੁਨ ਕਥਾ ਸੁਹਾਨੀ। ਗਾਵਨ ਕੀਨ ਆਗੇ ਗੁਣ ਖਾਨੀ। ਹੋਤੋ ਸਤਿ ਕਰਾਏ ਇਕ ਸਥਾਨਾ। ਤਹਾਂ ਪਹੁੰਚੇ ਕਿਰਪਾ ਨਿਧਾਨਾ। ਗਮਨੇ ਬਾਹਰ ਮਜ਼ਾਰ ਮਝਾਰਾ। ਬੈਠ ਗਏ ਇੱਕ ਹਾਟ ਉਧਾਰਾ। ਹੋਤੋ ਤਨਾੜ ਸਾਹਇਕ ਪਾਰੀ। ਕਾਮੇ ਜਿਹ ਕੇ ਬਹੁਤ ਆਘਾਰੀ। ਜਗ ਕੇ ਧੰਦ ਅਦਕ ਸੋ ਕਰਈ। ਹਿਰਦੈ ਨਾਮ ਹਰ ਕਦੇ ਨ ਧਰਈ। ਕਰਤ ਬਨਜ ਸਭ ਦਿਵਸ ਬਿਤਾਵਤ। ਪਚੀ ਭਇਓ ਕਬਹਿ ਨਾ ਬਿਸਰਾਵਤ। ਸੁਖ ਸਾਗਰ ਨਾਗਰ ਗੁਰੂ। ਜਗਤ ਉਜਾਗਰ ਰੂਪ। ਬੰਦੋ ਪਦ ਅਰਬਿੰਦ ਕੋ। ਊਚੋ ਕਥਾ ਅਨੂਪ। ਪਰਮ ਸਤਿਕਾਰਯੋਗ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਦਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ। ਕਿਰਪਾਲੂ ਦਾਤਾ ਜੀ ਨੇ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ। ਜੁੜ ਮਿਲ ਕੇ ਸਤ ਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਗੁਰੂ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਦਾ ਧਿਆਨ ਧਰੀਏ। ਸਤਿਗੁਰਾਂ ਜੀ ਦੀ ਬਖਸ਼ਿਸ਼ ਨੂੰ ਦੁਹਰਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਧਿਆਏ 23ਵਾਂ ਆਰੰਭ ਕਰਨ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੀ ਵਡਿਆਈ ਕਰਦੇ ਨੇ। ਸੁਖ ਸਾਗਰ ਨਾਗਰ ਗੁਰੂ। ਸੁਖਾਂ ਦੇ ਸਮੁੰਦਰ ਨੇ ਸੱਚੇ ਪਾਤਸ਼ਾਹ। ਗੁਣਾਂ ਦੇ ਵਿੱਚ ਨਿਪੁੰਨ ਨੇ। ਜਗਤ ਉਜਾਗਰ ਰੂਪ। ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ ਸਰੂਪ ਹੈ ਉਹ ਜਗਤ ਦੇ ਵਿੱਚ ਬੜਾ ਪ੍ਰਸਿੱਧ ਹੈ। ਤੇ ਲਿਖਦੇ ਨੇ ਕਹਿੰਦੇ ਬੰਦੋ ਪਦ ਅਰਵਿੰਦ ਕੋ। ਕਹਿੰਦੇ ਉਹਨਾਂ ਦੇ ਚਰਨਾਂ ਤੇ
ਨਮਸਕਾਰ ਹੈ। ਨਮਸਕਾਰ ਕਰਨ ਤੋਂ ਬਾਅਦ ਵਿੱਚ ਕੀ ਕਹਿੰਦੇ ਨੇ, ਕਹਿੰਦੇ ਉਚਰੋਂ ਕਥਾ ਅਨੂਪ, ਕਹਿੰਦੇ ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰਕੇ ਹੁਣ ਉਹਨਾਂ ਦੀ ਕਥਾ ਉਚਾਰਨ ਕਰਦਾ। ਫਿਰ ਜੋ ਗੁਰੂ ਅੰਗਦ ਸਾਹਿਬ ਮਹਾਰਾਜ ਭਾਈ ਵਾਲਾ ਜੀ ਤੋਂ ਇਤਿਹਾਸ ਸ਼੍ਰਵਣ ਕਰ ਰਹੇ ਨੇ, ਭਾਈ ਵਾਲੇ ਨੇ ਮਹਾਰਾਜ ਜੀਆਂ ਨੂੰ ਬਚਨ ਕੀਤੇ ਨੇ, ਕਹਿੰਦੇ ਸੱਚੇ ਪਾਤਸ਼ਾਹ ਸੁਹਾਵਣੀ ਕਥਾ ਸੁਣੋ। ਸ੍ਰੀ ਅੰਗਦ ਸੁਣ ਕਥਾ ਸੁਹਾਨੀ, ਜਮਨ ਕੀਨ ਆਗਿਆ ਗੁਣ ਖਾਨੀ। ਕਹਿੰਦੇ ਮਹਾਰਾਜ ਜੀਆਂ ਨੇ ਜਗਤ ਦੇ ਲੋਕਾਂ ਦਾ, ਨਗਰ ਦੇ ਲੋਕਾਂ ਦਾ ਉਧਾਰ ਕੀਤਾ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਇਹ ਸ਼ਬਦ ਜਣਾਇਆ, ਅਰਥ ਸੁਣਾਏ ਨੇ, ਲੋਕਾਂ ਨੂੰ ਸੋਝੀ ਦਿੱਤੀ ਹੈ। ਤੇ ਸੱਚੇ ਪਾਤਸ਼ਾਹ ਅੱਗੇ ਚੱਲ ਪਏ ਤੇ ਇੱਕ ਚਲਦਿਆਂ ਚਲਦਿਆਂ ਸਥਾਨ ਆਇਆ, ਕਹਿੰਦੇ ਹੁਤੋ ਸਤ ਘਰਾ ਏਕ ਸਥਾਨਾ। ਇੱਕ ਸਤ ਘਰਾ ਨਾਂ ਦਾ ਨਗਰ ਆਇਆ ਹੈ। ਮਹਾਰਾਜ ਨਗਰ ਦੇ ਵਿੱਚ ਪਹੁੰਚੇ ਨੇ, ਪਾਤਸ਼ਾਹ ਬਾਜ਼ਾਰ ਦੇ ਵਿੱਚ ਚਲੇ ਗਏ ਨੇ, ਇੱਕ ਹੱਟੀ ਦੇਖੀ ਹੈ ਤੇ ਹੱਟੀ ਦੇ ਸਾਹਮਣੇ ਮਹਾਰਾਜ ਜਾ ਕੇ ਬੈਠ ਗਏ। ਹੁਣ ਜਿਹਦੀ ਇਹ ਹੱਟੀ ਹੈ ਉਹ ਬਹੁਤ ਧਨਾੜ ਹੈ, ਅਮੀਰ ਹੈ, ਵੱਡਾ ਸ਼ਾਹ ਹੈ ਨਗਰ ਦਾ। ਹੁਤੋ ਧਨਾੜ ਸ਼ਾਹ ਇੱਕ ਭਾਰੀ। ਉਹ ਜਿਹੜਾ ਸ਼ਾਹ ਹੈ ਉਹ ਬੜਾ ਧਨਾੜ ਹੈ, ਬੜਾ ਅਮੀਰ ਬੰਦਾ ਹੈ, ਵੱਡਾ ਕਾਰੋਬਾਰੀ ਹੈ। ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਨੇ, ਕਹਿੰਦੇ ਕਾਮੇ ਜੇ ਕੇ ਬਹੁਤ ਅਗਾਰੀ, ਉਹਦੇ ਬਹੁਤ ਅੱਗੇ ਕਾਮੇ ਰੱਖੇ ਹੋਏ ਨੇ। ਆਪ ਉਹ ਆਪਣੀ ਦੁਕਾਨ ਤੇ ਬੈਠਾ ਰਹਿੰਦਾ, ਸੋਹਣੀ ਕੁਰਸੀ ਤੇ ਬੈਠਾ ਰਹਿੰਦਾ, ਪਲੰਗ ਉਹਦਾ ਡਾਇਆ ਹੋਇਆ ਹੈ, ਚਿੱਟੀ ਚਾਦਰ ਵਿਛਾਈ ਹੋਈ ਹੈ, ਕਦੇ ਉਹਦੇ ਤੇ ਬੈਠ ਜਾਂਦਾ, ਕਦੇ ਕਿਤੇ ਬੈਠ ਜਾਂਦਾ। ਵੀ ਆਪ ਸੋਹਣੇ ਵਸਤਰ ਪਾ ਕੇ ਰੱਖਦਾ, ਕੰਮ ਕੋਈ ਕਰਦਾ ਨਹੀਂ, ਵੱਡਾ ਬੰਦਾ ਹੈ, ਸ਼ਾਹੂਕਾਰ ਹੈ, ਅਮੀਰ ਹੈ, ਵੱਡਾ ਵਪਾਰੀ ਹੈ, ਉਹਦੇ ਅੱਗੇ ਬੜੇ ਕਾਮੇ ਰੱਖੇ ਹੋਏ ਨੇ। ਜਗਤ ਕੇ ਧਨ ਦਾ ਅਦਕ ਸੋ ਕਰੇ, ਕਹਿੰਦੇ ਉਹ ਜਗਤ ਦੇ ਕੰਮ ਬਹੁਤ ਕਰਦਾ ਸੀ। ਵੀ ਜਿਹੜੇ ਕੰਮ ਦੇ ਵਿੱਚੋਂ ਉਹਨੂੰ ਲੱਗਣਾ ਵੀ ਇਸ ਕੰਮ ਦੇ ਵਿੱਚੋਂ ਮੁਨਾਫਾ ਹੋਏਗਾ, ਲਾਹਾ ਪ੍ਰਾਪਤ ਹੋਏਗਾ, ਚਾਰ ਛਿੱਲੜ ਬਚ ਜਾਣਗੇ, ਉਹਨੇ ਉਹੀ ਕੰਮ ਆਰੰਭ ਕਰ ਲੈਣਾ। ਉਹੀ ਵਪਾਰ ਕਰਨ ਵਾਸਤੇ ਆਪਣੇ ਚੇਲੇ ਭੇਜਦੇ ਨੇ, ਆਪਣੇ ਨੌਕਰ ਭੇਜਦੇ ਨੇ, ਕਾਮੇ ਭੇਜਦੇ ਨੇ। ਕਹਿੰਦੇ ਜਗਤ ਦੇ ਬਥੇਰੇ ਉਹਨੇ ਕਾਰਜ ਆਰੰਭ ਕੀਤੇ ਹੋਏ ਸੀ। ਹਿਰਦੈ ਨਾਮ ਹਰ ਕਦੇ ਨਾ ਧਰੇ, ਕਹਿੰਦੇ ਪਰ ਪਰਮੇਸ਼ਰ ਦਾ ਨਾਮ ਕਦੀ ਨਹੀਂ ਸੀ ਲਿਆ, ਅਕਾਲ ਪੁਰਖ ਦਾ ਸਿਮਰਨ ਕਦੀ ਨਹੀਂ ਸੀ ਕੀਤਾ। ਭਾਈ ਸਾਹਿਬ ਲਿਖਦੇ ਨੇ, ਕਹਿੰਦੇ ਕਰਤ ਮਰਦ ਸਭ ਦਿਵਸ ਬਤਾਵਤ, ਵਪਾਰ ਕਰਦਿਆਂ ਕਰਦਿਆਂ ਸਾਰਾ ਦਿਨ ਬਤੀਤ ਕਰਦਾ ਹੈ। ਸੁਬਾਹ ਉੱਠਦਾ, ਵਪਾਰ ਤੇ ਨਿਕਲਦਾ, ਆਪਣੇ ਕਾਮੇ ਭੇਜਦਾ, ਸਾਰਾ ਦਿਨ ਵਪਾਰ ਦੀਆਂ ਗੱਲਾਂ ਕਰਦਾ ਰਹਿੰਦਾ, ਕਦੀ ਪਰਮੇਸ਼ਰ ਦੇ ਦਰ ਦੀ ਗੱਲ ਨਹੀਂ ਕੀਤੀ, ਸਿਮਰਨ ਦੀ ਕਦੀ ਗੱਲ ਨਹੀਂ ਕੀਤੀ। ਵਿਵਹਾਰਾਂ ਵਿੱਚ ਪੂਰੀ ਤਰ੍ਹਾਂ ਖਚਿਤ ਰਹਿੰਦਾ ਹੈ, ਆਪਣੇ ਕੰਮ ਧੰਦਿਆਂ ਨੂੰ ਕਦੀ ਵੀ ਨਹੀਂ ਭੁਲਾਉਂਦਾ, ਪਰ ਪਰਮੇਸ਼ਰ ਨੇ ਭੁਲਾਇਆ ਹੋਇਆ ਹੈ। ਜਦੋਂ ਮਹਾਰਾਜ ਦੀ ਦੁਕਾਨ ਦੇ ਅੱਗੇ ਜਾ ਕੇ ਬੈਠ ਗਏ ਨਾ, ਸੱਚੇ ਪਾਤਸ਼ਾਹ 2 ਘੜੀਆਂ ਉੱਥੇ ਰਹੇ। ਘਟੀ ਦੋਏ ਦਿਨ ਜਬ ਰਹਾ, ਮਰਦਾਨੇ ਦ੍ਰਿਗ ਲਾਏ। ਹੁਣ 2 ਘੜੀਆਂ ਮਹਾਰਾਜ ਦੀ ਦੁਕਾਨ ਦੇ ਸਾਹਮਣੇ ਬੈਠੇ ਰਹੇ। ਉਹ ਆਪਣੇ ਕਾਰੋਬਾਰ ਦੇ ਵਿੱਚ ਲੱਗਿਆ ਹੋਇਆ, ਮਹਾਰਾਜ ਜੀਆਂ ਵੱਲ ਨਜ਼ਰ ਨਾ ਦਿੱਤੀ, ਆਪੋ ਆਪਣੇ ਕਾਮਿਆਂ ਨੂੰ ਕੰਮ ਦੱਸੀ ਜਾਂਦਾ, ਉਹ ਕਰੀ ਜਾਂਦੇ ਨੇ। ਵੱਡਾ ਕਾਰੋਬਾਰੀ ਹੈ, ਕਾਰੋਬਾਰ ਦੇ ਵਿੱਚ ਧਿਆਨ ਹੈ, ਮਨ ਉਧਰ ਖਚਤ ਹੈ। ਕੋਈ ਉਹਦੀ ਦੁਕਾਨ ਦੇ ਅੱਗੇ ਬੈਠਾ ਇਹ ਦੇਖਿਆ ਨਹੀਂ। ਹੁਣ ਮਹਾਰਾਜ 2 ਘੜੀਆਂ ਬਿਰਾਜਮਾਨ ਰਹੇ ਆ, ਭਾਈ ਮਰਦਾਨਾ ਉਹਦੇ ਵੱਲ ਤੱਕਦਾ ਰਿਹਾ, ਚੰਗੀ ਤਰ੍ਹਾਂ ਵੇਖਿਆ ਤੇ ਸੱਚੇ ਪਾਤਸ਼ਾਹ ਜੀ ਨੂੰ ਭਾਈ ਮਰਦਾਨਾ ਕਹਿਣ ਲੱਗੇ, ਕਹਿੰਦੇ ਮਹਾਰਾਜ ਇਹ ਜਿਹੜਾ ਸ਼ਾਹ ਹੈ ਨਾ, ਇਹ ਬੜਾ ਸੁਖੀ ਹੈ। ਕਹਿਓ ਸੁਖੀ ਬਹੁ ਸ਼ਾਹ ਹੋ,
ਸੁਖ ਸੋ ਦਿਵਸ ਬਤਾਏ। ਹੁਣ ਮਹਾਰਾਜ ਜੀ ਨੂੰ ਕਹਿਣ ਲੱਗਾ, ਮਹਾਰਾਜ ਜਿਹੜਾ ਸ਼ਾਹ ਹੈ ਨਾ, ਇਹ ਸੁਖੀ ਬੜਾ ਜਾਪਦਾ। ਕਹਿੰਦੇ ਦੇਖੋ ਵੀ ਚਿੱਟੇ ਵਸਤਰ ਪਾਏ ਹੋਏ ਨੇ, ਸੁਖ ਹੈ, ਆਨੰਦ ਹੈ, ਥੱਲੇ ਕਰਮਚਾਰੀ ਕਾਮੇ ਰੱਖੇ ਹੋਏ ਨੇ, ਇਸ਼ਾਰਾ ਕਰਦਾ ਉਹ ਕੰਮ ਕਰ ਦਿੰਦੇ ਨੇ। ਕਹਿੰਦੇ ਮਹਾਰਾਜ ਬੜੇ ਸੁਖ ਦੇ ਜੀਵਨ ਬਤੀਤ ਕਰਦਾ ਹੈ। ਕਿੰਨੇ ਚੰਗੇ ਦਿਨ ਇਹਦੇ ਬਤੀਤ ਹੋ ਰਹੇ ਨੇ ਵੀ ਹੁਕਮ ਕਰਨਾ, ਕੰਮ ਹੋ ਜਾਣਾ, ਆਪ ਕਰਨਾ ਨਹੀਂ ਹੈ। ਚਿੱਟੇ ਵਸਤਰ ਪਹਿਨੇ ਹੋਏ ਨੇ। ਹੁਣ ਸੱਚੇ ਪਾਤਸ਼ਾਹ ਜੀ ਨੇ ਬੜੇ ਪਿਆਰ ਦਾ ਵਚਨ ਕੀਤਾ। ਕਹਿੰਦੇ ਕਬ ਕੇ ਤੁਮ ਬੈਠੇ ਸਤਾਈ ਦ੍ਰਿਸ਼ਟ ਨਾ ਇਸਕੀ ਹਾਮ ਦਿਸ਼ਾਈ। ਕਹਿੰਦੇ ਭਾਈ ਮਰਦਾਨਿਆ, ਇਹ ਜਿਹੜਾ ਸ਼ਾਹ ਹੈ ਨਾ, ਜਦ ਤੋਂ ਤੁਸੀਂ ਇੱਥੇ ਬੈਠੇ ਹੋ, ਇਸ ਸਾਡੇ ਵੱਲ ਵੇਖਿਆ ਤੱਕ ਨਹੀਂ ਹੈ। ਕਹਿੰਦੇ ਕਰਨ ਦਾਨ ਕੀ ਮਨ ਮਹਿ ਨਾਹੀ। ਕਹਿੰਦੇ ਧਾਰਨ ਕਰਨ ਦੀ ਇੱਛਾ ਅਭਿਲਾਸ਼ਾ ਇਹਦੇ ਮਨ ਦੇ ਵਿੱਚ ਕੋਈ ਨਹੀਂ ਹੈ, ਚਾਹ ਨਹੀਂ ਹੈ। ਬੇਮੁਖ ਸੰਤਨ ਤੇ ਇਹ ਆਈ। ਕਹਿੰਦੇ ਇਹ ਮਹਾਂਪੁਰਖਾਂ ਤੋਂ, ਰੱਬ ਦੇ ਪਿਆਰਿਆਂ ਤੋਂ, ਰੱਬ ਦੇ ਘਰ ਤੋਂ ਬੇਮੁਖ ਲੱਗਦਾ ਹੈ। ਕਬ ਹੈ ਨਾ ਸੇਵ ਕਿਸੂ ਕੀ ਕਰਈ ਭਾਉ ਭਗਤ ਕੋ ਹਿਰਦੈ ਨਾ ਤਰੇ। ਕਹਿੰਦੇ ਕਿਸੇ ਦੀ ਇਹਨੇ ਅੱਜ ਤੱਕ ਸੇਵਾ ਨਹੀਂ ਕੀਤੀ, ਪ੍ਰੇਮ ਭਗਤੀ ਨੂੰ ਹਿਰਦੇ ਦੇ ਵਿੱਚ ਧਾਰਨ ਨਹੀਂ ਕਰਦਾ, ਉਲਟਾ ਇਹ ਬੜਾ ਸੁਖੀ ਜਾਪਦਾ ਰਹਿੰਦਾ ਹੈ। ਕਹਿੰਦੇ ਮਹਾਰਾਜ ਕਦੋਂ ਦੇ ਆਪਾਂ ਬੈਠੇ ਆ, ਇਹ ਝਾਕਿਆ ਤੱਕ ਨਹੀਂ ਹੈ। ਦਾਨ ਕਰਨ ਦੀ ਮਨ ਵਿੱਚ ਕੋਈ ਇੱਛਾ ਨਹੀਂ ਹੈ। ਮਹਾਂਪੁਰਖਾਂ ਤੋਂ ਬੇਮੁਖ ਲੱਗਦਾ ਹੈ, ਰੱਬ ਦਾ ਕਦੀ ਨਾਂ ਨਹੀਂ ਲਿਆ। ਪਰ ਵੱਖਰੀ ਗੱਲ ਇਹ ਹੈ ਕਿ ਤਾਂ ਵੀ ਬੜਾ ਸੁਖੀ ਰਹਿੰਦਾ ਹੈ। ਸੁਖੀ ਤੇ ਉਹਨਾਂ ਨੂੰ ਹੋਣਾ ਚਾਹੀਦਾ ਜਿਹੜੇ ਪਰਮੇਸ਼ਰ ਦਾ ਸਿਮਰਨ ਕਰਦੇ ਨੇ। ਪਰ ਮਹਾਰਾਜ ਸੁਖੀ ਰਹਿ ਤੋਂ ਉਲਟੀ ਇਹ ਜਾਣੇ। ਕਹਿੰਦੇ ਮਹਾਰਾਜ ਇਹ ਗੱਲ ਬੜੀ ਉਲਟੀ ਹੈ ਵੀ ਰੱਬ ਦਾ ਨਾਮ ਵੀ ਨਹੀਂ ਲੈਂਦਾ, ਦਾਨ ਵੀ ਨਹੀਂ ਕਰਦਾ, ਭੁੱਖਿਆਂ ਨੂੰ ਪ੍ਰਸ਼ਾਦਾ ਵੀ ਨਹੀਂ ਛਕਾਉਂਦਾ, ਪਰ ਸੁਖੀ ਬੜਾ ਹੈ। ਕਹਿੰਦੇ ਮਹਾਰਾਜ ਇਹ ਗੱਲ ਉਲਟੀ ਲੱਗੀ ਹੈ ਵੀ ਇਹ ਸੁਖੀ ਬੜਾ। ਸੁਖੀ ਕਿਆ ਹੋਇਆ? ਹੁਣ ਮਹਾਰਾਜ ਜੀਆਂ ਨੇ ਭਾਈ ਮਰਦਾਨੇ ਦੀ ਗੱਲ ਸੁਣ ਕੇ ਅਸ ਬੋਲੇ ਗੁਣ ਖਾਨੀ, ਸੁਣ ਕੇ ਮਹਾਰਾਜ ਬੋਲ ਪਏ ਨੇ। ਕਹਿੰਦੇ ਭਾਈ ਮਰਦਾਨਿਆ ਰੀਤ ਕੁਲਖ ਕੀ ਦੁੱਖ ਕੋ ਦੇ। ਕਹਿੰਦੇ ਪਾਪਾਂ ਦੀ ਰੀਤੀ ਸਦਾ ਦੁੱਖ ਹੀ ਦਿੰਦੀ ਹੈ। ਜਿਨ੍ਹਾਂ ਹੈ ਗਿਆਨ ਸੁਖੀਆ ਹੈ ਤੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਗਿਆਨ ਹੈ ਨਾ, ਜਿਹੜੇ ਪਰਮੇਸ਼ਰ ਦੇ ਚਰਨ ਪਰਸਦੇ ਨੇ, ਸੇਵਾ ਸਿਮਰਨ ਕਰਦੇ ਨੇ, ਕਹਿੰਦੇ ਸੁਖੀ ਉਹੀ ਹੁੰਦੇ ਨੇ। ਦੁਨੀਆ ਉਹਨਾਂ ਨੂੰ ਸੁਖੀ ਕਹਿੰਦੀ ਹੈ ਜਿਨ੍ਹਾਂ ਦਾ ਸੋਹਣਾ ਘਰ ਹੋਏ, ਸੋਹਣਾ ਮਕਾਨ ਹੋਏ, ਸੋਹਣੇ ਵਸਤਰ ਹੋਣ, ਸੋਹਣਾ ਕਾਰੋਬਾਰ ਹੋਏ। ਮਾਰੇ ਕਹਿੰਦੇ ਸਾਰੇ ਇੱਥੇ ਦੁਖੀ ਨੇ। ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜਿਸ ਨਾਮ ਆਧਾਰ। ਕਹਿੰਦੇ ਜਿਨ੍ਹਾਂ ਨੂੰ ਓਟ ਆਸਰਾ ਅਕਾਲ ਪੁਰਖ ਦੇ ਨਾਮ ਦਾ ਹੈ, ਜਿਨ੍ਹਾਂ ਨੇ ਪਰਮੇਸ਼ਰ ਦਾ ਸਿਮਰਨ ਕੀਤਾ, ਨਾਮ ਨੂੰ ਆਸਰਾ ਬਣਾਇਆ, ਮਾਰੇ ਕਹਿੰਦੇ ਸੁਖੀ ਉਹ ਨੇ। ਕਹਿੰਦੇ ਭਾਈ ਜਿਨ੍ਹਾਂ ਹੈ ਗਿਆਨ ਸੁਖੀਆ ਹੈ ਤੇ ਸੁਖੀ ਉਹ ਨੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਗਿਆਨ ਹੈ। ਕਹਿੰਦੇ ਬਿਨ ਸੂਰਜ ਕਬ ਨਹਿ ਦਿਨ ਆਹੀ। ਬਿਨਾ ਸੂਰਜ ਤੋਂ ਜਿਵੇਂ ਦਿਨ ਨਹੀਂ ਨਾ ਹੋ ਸਕਦਾ। ਹੀਨ ਗਿਆਨ ਤਿਉ ਸੁਖ ਨਹਿ ਕਹਿ ਨਾਹੀ। ਕਹਿੰਦੇ ਫਿਰ ਗਿਆਨ ਤੋਂ ਬਗੈਰ ਜੀਵ ਨੂੰ ਸੁੱਖ ਨਹੀਂ ਮਿਲ ਸਕਦਾ। ਬੇਸ਼ੱਕ ਜਿੰਨਾ ਮਰਜ਼ੀ ਅਮੀਰ ਹੋ ਜਾਏ, ਚਿੱਟੇ ਵਸਤਰ ਪਹਿਨ ਲਏ, ਵੱਡਾ ਕਾਰੋਬਾਰੀ ਹੋ ਜਾਏ, ਬਹੁਤੇ ਕਾਮੇ ਰੱਖ ਲਏ, ਕਹਿੰਦੇ ਜਿੰਨਾ ਚਿਰ ਗਿਆਨ ਨਹੀਂ ਹੈ, ਜਿਵੇਂ ਸੂਰਜ ਚੜ੍ਹਨ ਤੋਂ ਬਗੈਰ ਦਿਨ ਨਹੀਂ ਨਾ ਹੋ ਸਕਦਾ, ਚਾਨਣ ਨਹੀਂ ਹੋ ਸਕਦਾ, ਕਹਿੰਦੇ ਗਿਆਨ ਤੋਂ ਬਗੈਰ ਸੁੱਖ ਕਦੀ ਨਹੀਂ ਮਿਲਦਾ। ਹੁਣ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਨੂੰ ਬਚਨ ਕੀਤਾ, ਕਹਿੰਦੇ ਜੇਕਰ ਤੇਰਾ ਉਰ ਸੰਦੇਹ, ਕਹਿੰਦੇ ਜੇ ਤੇਰੇ ਮਨ ਦੇ ਵਿੱਚ ਭਾਈ ਮਰਦਾਨੇ ਕੋਈ ਸ਼ੰਕਾ ਹੈ, ਸ਼ਾਹੇ ਬੁਲਾਏ ਬੂਝ ਕਿਨ ਲਿਓ, ਕਹਿੰਦੇ ਫਿਰ ਇਸ ਤਰ੍ਹਾਂ ਕਰ, ਸ਼ਾਹ ਨੂੰ ਬੁਲਾ ਲੈ ਤੇ ਪੁੱਛ ਲੈ ਸ਼ਾਹ ਕਿੰਨਾ ਕੁ ਸੁਖੀ ਹੈ।
ਮਾਰੇ ਕਹਿੰਦੇ ਨੇ ਭਾਈ ਮਰਦਾਨਿਆਂ, ਇਹ ਦੇਖਣ ਨੂੰ ਸੁਖੀ ਲੱਗਦਾ, ਇਹ ਸੁਖੀ ਹੈ ਨਹੀਂ ਹੈ। ਇਹ ਜਿਹੜੀ ਸਾਖੀ ਹੈ ਨਾ, ਬਹੁਤ ਵਾਰ ਇਹ ਸਾਖੀ ਉਤੋਂ ਜੇ ਸੁਣਾ ਦਿੱਤੀ ਜਾਂਦੀ ਹੈ। ਅੰਤਰੀਵ ਦੇ ਵਿੱਚ ਇਹਦੇ ਜਾ ਕੇ ਅਗਲਾ ਇਸ ਤਰ੍ਹਾਂ ਕਰਦਾ ਵੀ ਜਿਹੜੀਆਂ ਵਿੱਚ ਇਹਦੇ ਸਤਰਾਂ ਨੇ, ਜਿਹੜਾ ਇਹਦਾ ਮੁੱਖ ਕਾਰਨ ਹੈ ਸ਼ਾਹ ਦੇ ਦੁਖੀ ਹੋਣ ਦਾ, ਉਹ ਸੁਣਾਵਾਂਗੇ ਤੇ ਗਲਤ ਜਿਹਾ ਲੱਗੇਗਾ। ਪਰ ਗਲਤ ਕੋਈ ਵੀ ਨਹੀਂ ਹੈ। ਜੋ ਇਤਿਹਾਸ ਹੈ, ਜੋ ਗੁਰਬਾਣੀ ਹੈ, ਉਹਦੇ ਸ਼ਬਦ, ਉਹਦੇ ਅਰਥ ਚੰਗੀ ਤਰ੍ਹਾਂ ਖੋਲ੍ਹ ਦੇਣੇ ਚਾਹੀਦੇ ਨੇ। ਹੁਣ ਆਪਾਂ ਕਈ ਵਾਰ ਇਹ ਗੱਲ ਕਰ ਚੁੱਕੇ ਹਾਂ ਕਿ ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ, ਇੰਦਰ ਲੋਭਾਇਆ ਸੇਸ ਸਰੀਰ ਚਿਹਨ ਭਾਗੁ ਹੋਏ, ਤਾ ਮਨ ਪਛੋਤਾਇਆ। ਹੁਣ ਇਹਦਾ ਜਿਹੜਾ ਅਰਥ ਬਣਦਾ ਹੈ, ਉਹ ਅਰਥ ਬੜਾ ਡੂੰਘਾ ਹੈ। ਪਰ ਜਦੋਂ ਅਸੀਂ ਸੁਣਾਉਣ ਲੱਗਦੇ ਹਾਂ ਤੇ ਬਹੁਤਾਤ ਸਾਡੇ ਮਨ ਵਿੱਚ ਇਹ ਗੱਲ ਆ ਜਾਂਦੀ ਹੈ ਵੀ ਮਾਈਆਂ ਬੈਠੀਆਂ ਨੇ, ਅਸੀਂ ਇਹਦੇ ਅਰਥ ਸਪਸ਼ਟ ਕਿਵੇਂ ਕਰੀਏ। ਪਰ ਨਹੀਂ, ਗੁਰਬਾਣੀ ਦਾ ਅਰਥ ਮਾੜਾ ਨਹੀਂ ਹੈ, ਇਹ ਲੁਕੋ ਕੇ ਨਹੀਂ ਰੱਖਣਾ ਚਾਹੀਦਾ। ਜੋ ਇਤਿਹਾਸ ਹੈ, ਗੁਰੂ ਸਾਹਿਬਾਂ ਨੇ ਆਪਣੇ ਜੀਵਨ ਦੇ ਕਾਲ ਦੇ ਵਿੱਚ ਰਚਨਾ ਰਚੀਆਂ ਨੇ, ਉਹ ਸਿੱਖ ਨੂੰ ਚੰਗੀ ਦ੍ਰਿਸ਼ਟੀ ਦੇ ਨਾਲ, ਚੰਗੀ ਸੋਝੀ ਦੇ ਨਾਲ ਸਮਝਣੀਆਂ ਚਾਹੀਦੀਆਂ। ਮਾਰੇ ਕਹਿੰਦੇ ਭਾਈ ਮਰਦਾਨਿਆਂ, ਤੇਰੇ ਮਨ ਦੇ ਵਿੱਚ ਜੇ ਸ਼ੰਕ ਹੈ ਵੀ ਇਹ ਸ਼ਾਹ ਬੜਾ ਸੁਖੀ ਹੈ, ਤੇ ਬੁਲਾ ਕੇ ਪੁੱਛ ਲੈ। ਜਦੋਂ ਭਾਈ ਮਰਦਾਨੇ ਨੇ ਮਹਾਰਾਜ ਜੀਆਂ ਦੀ ਇਹ ਗੱਲ ਸੁਣੀ ਹੈ, ਇਸ ਤਰ੍ਹਾਂ ਸੁਣਿਆ ਤੇ ਉਹ ਸ਼ਾਹ ਦੇ ਪਾਸ ਗਿਆ ਤੇ ਜਾ ਕੇ ਬੋਲਿਆ, ਕਹਿੰਦੇ ਸੁਖ ਬਿਲਾਸ ਮੈਂ ਤੁਮ ਕੋ ਜੋਵਾ। ਕਹਿੰਦੇ ਸ਼ਾਹ ਜੀ ਕੀ ਹਾਲ ਚਾਲ ਹੈ? ਠੀਕ ਹੈ। ਕਹਿੰਦੇ ਤੁਹਾਨੂੰ ਬਹੁਤ ਸੁਖੀ ਵੇਖਿਆ, ਕਿਹੜੇ ਪੁੰਨ ਕੀਤੇ ਨੇ ਜਿਸ ਕਾਰਨ ਇਹ ਸੁਖ ਪ੍ਰਾਪਤ ਹੋਇਆ ਹੈ, ਜਿਸ ਕਰਕੇ ਤੂੰ ਦਿਨ ਰਾਤ ਨਹੀਂ ਜਾਣਦਾ, ਹਰ ਵੇਲੇ ਆਪਣੇ ਸੁੱਖ ਦੇ ਵਿੱਚ ਮਗਨ ਰਹਿੰਦਾ। ਤੈਨੂੰ ਦਿਨ ਚੜ੍ਹਦੇ ਦਾ ਪਤਾ ਨਹੀਂ ਲੱਗਦਾ, ਤੈਨੂੰ ਰਾਤ ਹੁੰਦੀ ਦਾ ਪਤਾ ਨਹੀਂ ਲੱਗਦਾ। ਇਹੋ ਜਿਹਾ ਕਿਹੜਾ ਪੁੰਨ ਕੀਤਾ ਹੋਇਆ ਜਿਹਦੇ ਕਰਕੇ ਦਿਨ ਰਾਤ ਸੁੱਖ ਦੇ ਵਿੱਚ ਰਹਿੰਦਾ, ਮਗਨ ਰਹਿੰਦਾ। ਲੱਖ ਦਰਵੇਸ਼ ਵੇਸ਼ ਮਨ ਮਾਹੀ, ਬੋਲਿਓ ਸ਼ਾਹ ਅਦਕ ਦੁਖ ਜਾਹੀ, ਸਰਬ ਜਗਤ ਮਹਿ ਮੋਹਿ ਸਮਾਨਾ, ਔਰ ਨਾ ਕੋ ਦੁਖੀ ਮਹਾਨਾ। ਹੁਣ ਭਾਈ ਮਰਦਾਨੇ ਦਾ ਫਕੀਰਾਂ ਵਾਲਾ ਭੇਸ ਵੇਖ ਕੇ ਤੇ ਸ਼ਾਹ ਅਦਕ ਦੁੱਖਾਂ ਬਾਰੇ ਬੋਲਣ ਲੱਗ ਪਿਆ। ਸ਼ਾਹ ਦੇ ਮਨ ਦੇ ਵਿੱਚ ਵਿਚਾਰੇ ਵੀ ਮਨਾ ਕੋਈ ਫਕੀਰ ਹੈ ਜਿਹਨੇ ਸਵਾਲ ਕੀਤਾ ਹੈ। ਸ਼ਾਹ ਨੇ ਭਾਈ ਮਰਦਾਨੇ ਨੂੰ ਫਕੀਰਾਂ ਦੇ ਭੇਸ ਵਿੱਚ ਵੇਖ ਕੇ ਤੇ ਆਪਣਾ ਵੱਡੇ ਦੁੱਖਾਂ ਦੇ ਬਾਰੇ ਦੱਸਣਾ ਆਰੰਭ ਕਰ ਦਿੱਤਾ ਹੈ। ਕਹਿੰਦੇ ਭਲਿਆ ਤੂੰ ਕਹਿੰਦਾ ਵੀ ਮੈਨੂੰ ਦਿਨ ਤੇ ਰਾਤ ਯਾਦ ਨਹੀਂ ਹੈ, ਮੈਂ ਸੁਖੀ ਬੜਾ, ਪਰ ਮੈਨੂੰ ਇਸ ਤਰ੍ਹਾਂ ਲੱਗਦਾ ਰਹਿੰਦਾ ਔਰ ਨਾ ਕੋ ਦੁਖੀ ਮਹਾਨਾ, ਸਰਬ ਜਗਤ ਮੈਂ ਮੋਹਿ ਸਮਾਨਾ। ਕਹਿੰਦੇ ਸਾਰਾ ਜਗਤ ਫਿਰ ਲੈ ਫਕੀਰਾ, ਮੇਰੇ ਵਰਗਾ ਇਸ ਜਗਤ ਤੇ ਕੋਈ ਦੁਖੀ ਨਹੀਂ ਹੈ। ਬਹੁਤ ਗੋਜ ਸੋ ਕਹਾ ਨਾ ਜਾਈ। ਕਹਿੰਦੇ ਪਰ ਗੱਲ ਇਹ ਹੈ ਕਿ ਜਿਹੜਾ ਮੇਰਾ ਦੁੱਖ ਹੈ ਉਹ ਦੁੱਖ ਬੜਾ ਗੁੱਝਾ ਹੈ। ਦੁੱਖ ਦੀ ਕਹਾਣੀ ਨਹੀਂ ਦੱਸੀ ਜਾ ਸਕਦੀ, ਤੈਨੂੰ ਮੈਂ ਦੱਸਾਂ ਕਿਵੇਂ। ਕੈਸੇ ਤੁਮ ਢਿੱਗਦੇ ਹੋ ਬਤਾਈ, ਕਹਿੰਦੇ ਤੇਰੇ ਸਾਹਮਣੇ ਢਿੱਡ ਫਰੋਲਾਂ ਕਿਵੇਂ। ਜਿਹੜੀ ਗੱਲ ਹੈ ਉਹ ਦੱਸਣੀ ਬੜੀ ਔਖੀ ਹੈ। ਹੁਣ ਜਦੋਂ ਸਾਰੀ ਗੱਲ ਭਾਈ ਮਰਦਾਨੇ ਨੇ ਸੁਣੀ ਹੈ ਨਾ, ਤੇ ਭਾਈ ਮਰਦਾਨਾ ਸ਼ਾਹ ਨੂੰ ਕਹਿਣ ਲੱਗੇ, ਕਹਿੰਦੇ ਸ਼ਾਹ ਫਿਰ ਇਸ ਤਰ੍ਹਾਂ ਕਰ ਵੀ ਮੇਰੇ ਨਾਲ ਇੱਕ ਮਹਾਨ ਫਕੀਰ ਹੈ ਜਿਹਦੇ ਨਾਲ ਮੈਂ ਰਹਿਣਾ, ਜਿਹਦਾ ਮੈਂ ਸਾਜੀ ਹਾਂ, ਰਬਾਬੀ ਹਾਂ। ਕਹਿ ਮਰਦਾਨਾ ਸੰਤ ਮਹਾਨੇ, ਇਨ ਆਗਿਆ ਕਹੋ ਦੇਹ ਦੁਖ ਹਾਨੇ। ਕਹਿੰਦੇ ਮੇਰੇ ਨਾਲ ਇੱਕ ਮਹਾਨ ਸੰਤ ਵੀ ਆਇਆ, ਜੇ ਉਹਦੇ ਸਾਹਮਣੇ ਤੂੰ ਆਪਣਾ ਦੁੱਖ ਕਹਿ ਦੇ ਤੇ ਉਹ ਤੇਰਾ ਦੁੱਖ ਦੂਰ ਕਰ ਦੇਗਾ। ਮੈਨੂੰ ਵਿਸ਼ਵਾਸ ਹੈ ਕਿ ਜਿਹੜਾ ਉਹ ਫਕੀਰ ਹੈ ਨਾ ਜਿਹਦੇ ਨਾਲ ਮੈਂ ਰਹਿਣਾ, ਉਹ ਸੱਚੀ ਲੋਕਾਂ ਦੇ ਦੁੱਖ ਦੂਰ ਕਰ ਦਿੰਦਾ ਤੇ ਤੇਰਾ ਵੀ ਦੁੱਖ ਦੂਰ ਕਰ ਦੇਗਾ। ਚੱਲ ਮੈਨੂੰ ਨਾ ਦੱਸ ਤੇ ਜਾ ਕੇ ਉਸ ਮਹਾਨ ਸੰਤ ਨੂੰ ਦੱਸ, ਫਕੀਰ ਨੂੰ ਦੱਸ।
ਭਾਈ ਮਰਦਾਨੇ ਦੀ ਗੱਲ ਮੰਨੀ ਹੈ। ਸ਼ਾਹ ਆਪਣੀ ਦੁਕਾਨ ਦੇ ਵਿੱਚੋਂ ਬਾਹਰ ਨਿਕਲਿਆ, ਮਹਾਰਾਜ ਜੀਆਂ ਦੇ ਆ ਕੇ ਚਰਨਾਂ ਤੇ ਨਮਸਕਾਰ ਕੀਤੀ ਹੈ, ਪਾਸ ਬੈਠ ਗਿਆ ਤੇ ਸ਼ਾਹ ਬੜੇ ਪਿਆਰ ਦੇ ਨਾਲ ਕਹਿਣ ਲੱਗਾ, ਕਹਿੰਦੇ ਸੁਣੋ ਸੰਤ ਤੁਮ ਸਭ ਸੁਖਦਾਈ। ਕਹਿੰਦੇ ਸੰਤ ਜੀ ਤੁਸੀਂ ਮੇਰੀ ਵਾਰਤਾ ਸੁਣੋ, ਤੁਸੀਂ ਸਾਰੀ ਤਰ੍ਹਾਂ ਸੁੱਖਾਂ ਦੇ ਦਾਤੇ ਹੋ। ਮੈਨੂੰ ਤੇ ਤੁਹਾਡੇ ਚੇਲੇ ਨੇ ਕਿਹਾ, ਤੁਹਾਡੇ ਮੁਰੀਦ ਨੇ ਕਿਹਾ ਵੀ ਸਾਡੇ ਵਾਲਾ ਜਿਹੜਾ ਫਕੀਰ ਹੈ ਨਾ, ਸੰਤ ਹੈ, ਉਹ ਸਾਰਿਆਂ ਦੇ ਦੁੱਖਾਂ ਦੇ ਨਾਸ਼ ਕਰ ਦਿੰਦਾ ਹੈ। ਹੁਣ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਇਹ ਦੱਸਣਾ ਸੀ ਕਿ ਇਹਨੂੰ ਕਿੱਡਾ ਕੁ ਵੱਡਾ ਦੁੱਖ ਲੱਗਿਆ ਹੋਇਆ ਹੈ। ਦੇਖਣ ਨੂੰ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਵੀ ਫਲਾਨਾ ਬੜਾ ਸੁਖੀ ਹੈ, ਫਲਾਨਾ ਬਹੁਤ ਸੁਖੀ ਹੈ, ਪਰ ਜੇ ਉਹਦੇ ਅੰਤਰੀਵ ਦੇ ਵਿੱਚ ਜਾਈਏ ਨਾ, ਮਹਾਰਾਜ ਕਹਿੰਦੇ ਦੁਖੀ ਸਾਰੇ ਹੀ ਨੇ, ਨਾਨਕ ਦੁਖੀ ਹੈ ਸਭ ਸੰਸਾਰ, ਸਾਰੇ ਦੁਖੀ ਨੇ। ਤੇ ਮਹਾਰਾਜ ਕਹਿੰਦੇ ਚੱਲ ਫਿਰ ਸਾਰੀ ਕਹਾਣੀ ਸੁਣਾ ਤੇ ਤੇਰੇ ਦੁੱਖਾਂ ਦਾ ਨਾਸ਼ ਵੀ ਹੋ ਜਾਏਗਾ। ਹੁਣ ਅੰਗਨਾ ਜੋ ਮੇਰੇ ਘਰ ਮਾਹੀ, ਅੰਗਨਾ ਕਹਿੰਦੇ ਨੇ ਇਸਤਰੀ ਨੂੰ, ਘਰ ਵਾਲੀ ਨੂੰ। ਕਹਿੰਦੇ ਮਹਾਰਾਜ ਜੋ ਮੇਰੇ ਘਰ ਵਾਲੀ ਹੈ ਨਾ, ਇਸਤਰੀ ਹੈ, ਅਦਕ ਸਨੇਹ ਸੰਗ ਮਮਤਾ ਹੀ, ਕਹਿੰਦੇ ਮੇਰੇ ਨਾਲ ਉਹ ਬੜਾ ਪਿਆਰ ਕਰਦੀ ਸੀ, ਬਹੁਤ ਹੀ ਨਜ਼ਦੀਕਤਾਈ ਮੇਰੀ ਮੇਰੇ ਘਰ ਵਾਲੀ ਦੇ ਨਾਲ ਸੀ। ਕਹਿੰਦੇ ਰਾਤ ਦਿਵਸ ਤੇ ਭੋਗ ਵਿਲਾਸਾ, ਕਹਿੰਦੇ ਰਾਤ ਦਿਨ ਭੋਗ ਵਿਲਾਸ ਕਰਦਾ ਸੀ, ਸਦਾ ਗਲਤਾਨ ਰਹਿੰਦਾ ਸੀ। ਕਹਿੰਦੇ ਕਰਤ ਰਹਿਤ ਨੈ ਛੋਡੋ ਪਾਸਾ, ਕਹਿੰਦੇ ਕਦੀ ਸਾਥ ਨਹੀਂ ਸੀ ਛੱਡਦਾ। ਏਕ ਸਮੈ ਹਤੋ ਤਿਹ ਰੋਗਾ, ਭਈ ਦੁਰਬਲ ਮਿਰਤ ਤੇ ਭਾਸ ਹੋਗਾ। ਕਹਿੰਦੇ ਮਹਾਰਾਜ ਫਿਰ ਇਹ ਹੋਇਆ ਕਿ ਇੱਕ ਸਮੇਂ ਜਿਹੜੀ ਮੇਰੇ ਘਰ ਵਾਲੀ ਸੀ ਨਾ, ਉਹ ਬਿਮਾਰ ਹੋ ਗਈ, ਬਹੁਤ ਕਮਜ਼ੋਰ ਹੋ ਗਈ। ਹੁਣ ਪਾਤਸ਼ਾਹ ਜੀ ਦੇ ਇਤਿਹਾਸ ਤੋਂ ਲੁਕੋ ਕੇ ਮੁਨਕਰ ਨਹੀਂ ਹੋਣਾ ਚਾਹੀਦਾ। ਕਹਿੰਦੇ ਮਹਾਰਾਜ ਬੜੀ ਕਮਜ਼ੋਰ ਹੋ ਗਈ ਤੇ ਉਹਦੀ ਜ਼ਿੰਦਗੀ ਦਾ ਖਿਆਲ ਮੁੱਕ ਚੱਲਿਆ ਸੀ। ਇਸ ਤਰ੍ਹਾਂ ਲੱਗਦਾ ਸੀ ਵੀ ਇਹ ਹੁਣ ਬਚੇਗੀ ਨਹੀਂ। ਮੌਤ ਦਾ ਖਿਆਲ ਕਰਕੇ ਮੈਂ ਬੜਾ ਦੁਖੀ ਹੋਇਆ ਵੀ ਹੁਣ ਇਹਨੇ ਬਚਣਾ ਨਹੀਂ ਹੈ। ਅਦਕ ਦਾਨ ਦੀਨੋ ਤੇ ਕਾਲਾ, ਕਹਿੰਦੇ ਮਹਾਰਾਜ ਉਹਦੀ ਬਿਮਾਰੀ ਦੇਖ ਕੇ ਮੈਂ ਦਾਨ ਕਰਦਾ ਹੁੰਦਾ ਸੀ ਵੀ ਸ਼ਾਇਦ ਇਹਦੀ ਬਿਮਾਰੀ ਠੀਕ ਹੋ ਜਾਏ, ਦਿਨ ਬਦਲ ਜਾਣ। ਇੰਨੇ ਬਹੁਤ ਬਿਰਲਾਪ ਵਿਸਾਲਾ, ਕਹਿੰਦੇ ਮਹਾਰਾਜ ਦਾਨ ਵੀ ਕਰਦਾ ਹੁੰਦਾ ਸੀ। ਜਦੋਂ ਉਹਦੇ ਵੱਲ ਦੇਖਣਾ ਤੇ ਦੁਖੀ ਹੋ ਕੇ ਰੋਣਾ ਵੀ, ਵਿਰਲਾਪ ਵੀ ਬਹੁਤ ਕਰਨਾ। ਰੁਦਨ ਕਰਤ ਬੈਠਿਓ ਤਹਿ ਪਾਸਾ, ਕਹਿੰਦੇ ਇੱਕ ਦਿਨ ਰੋਂਦਿਆਂ ਰੋਂਦਿਆਂ ਮੈਂ ਉਹਦੇ ਪਾਸ ਬੈਠ ਗਿਆ ਤੇ ਉਹਨੇ ਬੜੇ ਪਿਆਰ ਦੇ ਨਾਲ ਕਹਿਤ ਭਏ ਤਿਸ ਦੇਨ ਦਿਲਾਸਾ, ਕਹਿੰਦੇ ਮੈਨੂੰ ਦਿਲਾਸਾ ਦੇਣ ਵਾਸਤੇ ਨਾ, ਮੇਰਾ ਮਨ ਦਾ ਠਹਿਰਾਓ ਕਰਨ ਵਾਸਤੇ, ਰੋਂਦਾ ਹਟਾਉਣ ਵਾਸਤੇ ਉਹਨੇ ਬੜੇ ਪਿਆਰ ਦਾ ਬਚਨ ਕਿਹਾ। ਕਹਿੰਦੇ ਹਿਤ ਮੇਰੇ ਕਿਉ ਰੋਦਨ ਠਾਨੋ, ਕਹਿੰਦੇ ਮੇਰੇ ਵਾਸਤੇ ਕਿਉਂ ਰੋਂਦੇ ਜੋ, ਨਿਜ ਕੋ ਵੱਡ ਧਨਵੰਤ ਪਛਾਨੋ, ਕਹਿੰਦੇ ਆਪਣੇ ਆਪ ਨੂੰ ਵੱਡਾ ਧਨਵਾਨ ਜਾਣ। ਤੇ ਉਹ ਮੈਨੂੰ ਕਹਿਣ ਲੱਗੀ ਵੀ ਤੂੰ ਬੜਾ ਵੱਡਾ ਧਨਵਾਨ ਹੈ, ਅਮੀਰ ਹੈ, ਮੈਂ ਮਰ ਜਾਵਾਂਗੀ ਤੇ ਹੋਰ ਵਿਆਹ ਕਰ ਲੈਣਾ, ਹੋਰ ਇਸਤਰੀ ਘਰ ਲਿਆ ਕੇ ਭੋਗ ਵਿਲਾਸ ਕਰੋ, ਵਿਸ਼ੇ ਵਿਲਾਸਾਂ ਵਿੱਚ ਆਨੰਦ ਮਾਣੋ, ਮੈਨੂੰ ਵਿਸਾਰ ਦੇਵੋ, ਕਦੀ ਵੀ ਨਹੀਂ ਯਾਦ ਕਰੋਗੇ। ਕਹਿੰਦੇ ਇਹ ਸੁਣ ਕੇ ਮੈਂ ਆਪਣੇ ਘਰ ਵਾਲੀ ਨੂੰ ਕਿਹਾ, ਮੈਂ ਭਾਖਿਓ ਸੁਣੀਐ ਪ੍ਰਿਆ ਮੋਰੀ, ਤੁਝ ਬਿਨ ਮੋਹੇ ਨਾ ਭਾਵੈ ਔਰੀ। ਕਹਿੰਦੇ ਮੈਂ ਉਹਦੀਆਂ ਇਹ ਗੱਲਾਂ ਸੁਣ ਕੇ ਮਹਾਰਾਜ ਉਹਨੂੰ ਇਹ ਗੱਲ ਕਹਿ ਦਿੱਤੀ ਵੀ ਤੂੰ ਮੇਰੀ ਬੜੀ ਪਿਆਰੀ ਹੈ, ਤੇਰੇ ਤੋਂ ਬਗੈਰ ਮੈਨੂੰ ਕੋਈ ਹੋਰ ਇਸਤਰੀ ਨਹੀਂ ਭਾਉਂਦੀ, ਤੂੰ ਜਿਉਂਦੀ ਰਹੇਂਗੀ ਤੇ ਸੁੱਖ ਵਿਲਾਸ ਕਰੇਗਾ ਤੇ ਨਹੀਂ ਤਾਂ ਜੀਵਨ ਦੀ ਆਸ ਛੱਡ ਦਿਆਂਗਾ। ਕਹਿੰਦੇ ਮੇਰੇ ਪ੍ਰਾਣਾਂ ਸਮਾਨ ਤੂੰ ਪਿਆਰੀ ਹੈ, ਤੇਰੇ ਤੋਂ ਬਗੈਰ ਕਿਸੇ ਦੂਸਰੀ ਇਸਤਰੀ ਨੂੰ ਪਿਆਰ ਨਹੀਂ ਕਰਦਾ ਤੇ ਨਾ ਹੀ ਉਹਦੇ ਨਾਲ ਵਿਆਹ ਕਰਵਾਵਾਂ। ਆਹੋ ਕੰਤ ਮੈਂ ਜੀਓ ਤਾ ਸਾਚੀ, ਕਹਿੰਦੇ ਫਿਰ ਮੇਰੇ ਘਰ ਵਾਲੀ ਕਹਿਣ ਲੱਗੀ ਇਹ ਪਤੀ ਦੇਵ ਮੈਂ ਜੀਵਾਂ ਦੇ ਵਿੱਚ ਇਹ ਗੱਲ ਸੱਚੀ ਤਾਂ ਮੰਨਾਂ, ਮੈਂ ਮਰ ਜਾਵਾਂ ਤਾਂ ਤੁਹਾਡੀ ਕਹਾਣੀ ਕੱਚੀ ਹੋਏਗੀ।
इस तरह कह के मैनू कहंदे प्रीत सुणाउंदे हो, पर हिरदे दे विचों उल्टी नीति धारण की हुई। कहंदे मेरे घर वाली कहण लग पई भी ये ते जिउंदे जी दीयां गल्लां ने, जदों मैं मर गई फिर तुसीं सारा कुछ ही कर लैणा। पर महाराज मैं जिहड़ी गल उहनूं कह रिहा सी अपने दिलों दृढ़ इरादे दे नाल कह रिहा सी भी जे तैनूं कुछ हो गया मैं दूसरा विआह नहीं करवावांगा, मर ते जावांगा, जीवन की आस ते छड्ड दिआंगा, पर दूसरा विआह नहीं करवावांगा। कहंदे पातशाह मेरे घर वाली मैनूं कहण लगी भी ये तां मेरे सामने बैठी दीयां गल्लां ने, जिउंदे जी दीयां गल्लां ने। जदों मैं दुनिया तो रुखसत हो गई, मर गई, चली गई, फिर तू किथे इस तरह रह पाउणा, तू विआह करवा लेना क्योंकि तू बड़ा अमीर बंदा है। किंदरे मैं अपने घर वाली दी दलील सुनी है ते सह ना जाए बहुत दुख भा तब ही। कहंदे महाराज उस दलील नूं ना सह सकिया, दिल विच बड़ा दुखी होया। कहंदे लेकर तीसर सुरी चलाई, लिंग काट निज दीन बगाई। हुण इहदा अर्थ पता की बनदा है भी एक दिन मैं ये अर्थ कीता सी, काहू लै पाहन पूज धरियो सिर, काहू लै लिंग गरे लटकायो। इस पंक्ति का अंतरीव अर्थ बड़ा वड्डा बनदा है, पर आपां उस दिन संखेप शब्दां दे विच ਇਹਦੇ अर्थ कीते सन। ਹੁਣ महाराज जी ਨੂੰ ਕਹਿਣ ਲੱਗਾ, ਕਹਿੰਦੇ सच्चे पातशाह ਜਦੋਂ ਉਹਨੇ ਮੈਨੂੰ ਇਹ ਦਲੀਲ ਦਿੱਤੀ ਹੈ ਤੇ ਇਹ ਨਾ ਸਹਾਰੀ ਗਈ, ਕਹਿੰਦੇ ਮੈਂ ਲੇਕਰ ਤੀਸਰ ਛੁਰੀ ਚਲਾਈ, ਕਹਿੰਦੇ ਮੈਂ ਤੇਜ ਧਾਰ ਵਾਲੀ ਇੱਕ ਛੁਰੀ ਲਈ ਹੈ। ਲਿੰਗ ਕਾਟ ਨਿਜ ਦੀਨ ਬਗਾਈ, ਕਹਿੰਦੇ ਮੈਂ ਆਪਣੀ ਇੰਦਰੀ ਨੂੰ ਆਪਣੇ ਲਿੰਗ ਨੂੰ ਕੱਟ ਕੇ ਸੁੱਟ ਦਿੱਤਾ ਵੀ ਲੈ ਹੁਣ ਤੈਨੂੰ ਜੇ ਵਿਸ਼ਵਾਸ ਆ ਜਾਏ ਤੇ ਮੈਂ ਇੰਨੇ ਕੁ ਦ੍ਰਿੜ ਇਰਾਦੇ ਵਾਲਾ। ਕਿਉਂਕਿ ਜਿਹੜਾ ਸਾਡੇ ਮਨੋਬਿਰਤੀ ਹੈ ਨਾ, ਅਸੀਂ ਇਸ ਗੱਲ ਤੇ ਨਹੀਂ ਲੈ ਕੇ ਜਾਣੀ ਵੀ ਸ਼ਾਹ ਨੇ ਇਹ ਕੀ ਕੀਤਾ ਹੈ। ਮਨੋਬਿਰਤੀ ਇਸ ਗੱਲ ਤੇ ਰੱਖਣੀ ਹੈ ਵੀ ਭਾਈ ਮਰਦਾਨਾ ਕਹਿੰਦਾ ਸੱਚੇ ਪਾਤਸ਼ਾਹ ਇਹ ਸ਼ਾਹ ਬੜਾ ਸੁਖੀ ਹੈ। ਅਸੀਂ ਇਸ ਸਾਖੀ ਦੇ ਵਿੱਚੋਂ ਇਹ ਸਿੱਖਣਾ ਕਿ ਸ਼ਾਹ ਕਿੰਨਾ ਕੁ ਸੁਖੀ ਹੈ। ਜਿਨ੍ਹਾਂ ਨੂੰ ਅਸੀਂ ਸੁਖੀ ਦੇਖਦੇ ਹਾਂ ਉਹ ਕਿੰਨੇ ਕੁ ਸੁਖੀ ਨੇ। ਹੁਣ ਪਾਤਸ਼ਾਹ ਜੀ ਨੇ ਸ਼ਾਹ ਦੀਆਂ ਗੱਲਾਂ ਸੁਣੀਆਂ ਨੇ, ਮਹਾਰਾਜ ਚੁੱਪ ਕਰਕੇ ਬੈਠੇ ਨੇ। ਕਹਿੰਦੇ ਮਹਾਰਾਜ ਜਦੋਂ ਮੈਂ ਆਪਣੀ ਇਸਤਰੀ ਦੀ ਦਲੀਲ ਸੁਣੀ ਹੈ, ਮੈਂ ਤਿੱਖੀ ਛੁਰੀ ਲਈ ਹੈ ਤੇ ਆਪਣੀ ਇੰਦਰੀ ਕੱਟ ਕੇ ਵਗਾ ਕੇ ਸੁੱਟ ਦਿੱਤਾ ਤੇ ਮੈਂ ਕਿਹਾ ਅਬ ਤੋਂ ਆਏ ਨੇ ਨਾ ਹੀ ਪ੍ਰਤੀਤੀ। ਕਹਿੰਦੇ ਮੈਂ ਆਪਣੇ ਘਰ ਵਾਲੀ ਨੂੰ ਕਹਿਣ ਲੱਗਿਆ ਵੀ ਹੁਣ ਤੈਨੂੰ ਪ੍ਰਤੀਤ ਆਈ ਹੈ ਜਾਂ ਨਹੀਂ ਆਈ। ਮੈਂ ਆਪਣੀ ਇੰਦਰੀ ਕੱਟ ਕੇ ਸੁੱਟ ਦਿੱਤੀ ਹੈ। ਕਹਿੰਦੇ ਮੇਰੀ ਪ੍ਰੀਤ ਨੂੰ ਸੱਚੀ ਮੰਨਦੀ ਹੈ ਕਿ ਨਹੀਂ ਮੰਨਦੀ। ਮਾਨਤ ਨਹੀਂ ਸਾਚ ਮਮ ਪ੍ਰੀਤੀ। ਕਹਿੰਦੇ ਮੇਰੀ ਜਿਹੜੀ ਤੇਰੇ ਨਾਲ ਲਗਨ ਹੈ, ਪਿਆਰ ਹੈ, ਪ੍ਰੀਤੀ ਹੈ, ਸੱਚੀ ਹੈ ਜਾਂ ਨਹੀਂ ਹੈ। ਕਹਿੰਦੇ ਮਹਾਰਾਜ ਸਿਸ਼ਨ ਕੱਟੇ ਤੇ ਪੀਰ ਬਲਾਸਾ। ਕਹਿੰਦੇ ਲਿੰਗ ਕੱਟਿਆ, ਇੰਦਰੀ ਕੱਟੀ ਤੇ ਬਹੁਤ ਪੀੜ ਹੋਈ, ਪਰ ਮਹਾਰਾਜ ਪਿਆਰ ਇੰਨਾ ਸੀ ਕਿ ਮੈਂ ਉਸ ਪੀੜ ਨੂੰ ਵੀ ਸਹਾਰ ਲਿਆ। ਮੈਂ ਰਹਿਓ ਜੀਵਤ ਤੇ ਕਾਲਾ। ਕਹਿੰਦੇ ਮਹਾਰਾਜ ਫਿਰ ਵੀ ਪਰਮੇਸ਼ਰ ਨੇ ਕਿਰਪਾ ਕੀਤੀ, ਮੈਂ ਜਿਉਂਦਾ ਬਚ ਗਿਆ। ਕਹਿੰਦੇ ਕਿਤਕ ਦਿਵਸ ਬੀਤੇ ਤੇ ਨਾਰੀ ਭਈ ਅਰੋਗ ਗਇਓ ਦੁਖ ਭਾਰੀ। ਕਹਿੰਦੇ ਮਹਾਰਾਜ ਫਿਰ ਜਿਵੇਂ ਜਿਵੇਂ ਦਿਨ ਬਤੀਤ ਹੁੰਦੇ ਗਏ, ਬਦਲਦੇ ਗਏ, ਜਿਹੜੀ ਮੇਰੇ ਘਰ ਵਾਲੀ ਹੈ ਨਾ ਉਹਨੂੰ ਮੋੜ ਪੈ ਗਿਆ, ਉਹਦੀ ਬਿਮਾਰੀ ਖਤਮ ਹੋਣੀ ਸ਼ੁਰੂ ਹੋ ਗਈ, ਉਹ ਸਰਜੀਤ ਹੋਣੀ ਸ਼ੁਰੂ ਹੋ ਗਈ। ਦਿਨ ਬਦਲਦੇ ਗਏ, ਬੀਤਦੇ ਗਏ, ਉਹ ਤੰਦਰੁਸਤ ਹੋ ਗਈ। ਭਾਈ ਅਰੋਗ ਗਇਓ ਦੁੱਖ ਭਾਰੀ। ਕਹਿੰਦੇ ਅਰੋਗ ਹੋ ਗਈ ਹੈ, ਜਿਹੜਾ ਦੁੱਖ ਹੈ ਉਹ ਚਲਿਆ ਗਿਆ ਹੈ। ਕਹਿੰਦੇ ਮਹਾਰਾਜ ਜਬ ਬਲ ਭਇਓ ਆਨ ਸਰਬੰਗਾ। ਕਹਿੰਦੇ ਮਹਾਰਾਜ ਫਿਰ ਮੈਨੂੰ ਬੜਾ ਦੁੱਖ ਹੋਇਆ। ਹੁਣ ਸਾਰੇ ਅੰਗਾਂ ਸਹਿਤ ਬਲ ਸੜ ਗਿਆ ਵੀ ਮਨਾ ਤੂੰ ਇਹ ਕੁਕਰਮ ਵੀ ਕਰ ਲਿਆ ਹੈ, ਇਹਦੀ ਜਾਨ ਵੀ ਬਚ ਗਈ ਹੈ, ਇਹ ਸੁਰਜੀਤ ਵੀ ਹੋ ਗਈ ਹੈ। ਕਹਿੰਦੇ ਬਾਪਿਓ ਤੇ ਤਨ ਬਹੁਤ ਅਨੰਗਾ। ਅਨੰਗਾ ਦਾ ਮਤਲਬ ਹੈ ਕਾਮ। ਕਹਿੰਦੇ ਮਹਾਰਾਜ ਜਦੋਂ ਸੁਰਜੀਤ ਹੋ ਗਈ ਨਾ, ਉਹ ਪਹਿਲਾਂ ਵਾਲਾ ਹੀ ਉਸੇ ਤਰ੍ਹਾਂ ਵਿਸ਼ੇ ਵਿਲਾਸ ਭੋਗਣੇ ਚਾਹੁੰਦੀ ਸੀ।
कितक दिवस मोह संग लाई, बिन मैथन ते रहियो ना जाई। कहते महाराज कई दिनों बाद मैनू ये गल कहन लगी है कि विलास तो बगैर नहीं रहा जाता, तो मैं शर्मिंदा होया कुछ भी ना कह सकिया। हुण जिहड़ा परमेश्वर का घर है ना, इत्थे वड्डे तो वड्डा दुख लैके आउंदे ने। ये तो फिर गुरु नानक साहब महाराज ने साडे वर्गियां कोले लोग ਇਹੋ ਜਿਹੇ दुख लैके आउंदे ने जिहड़े असीं हज़ारां दुख लोकां दे अपने ढिड दे विच रखी बैठे आ भी फलाने ने ਇਹੋ जी अरदास करवाई है, किड्डा वड्डा दुख है, पर दुनिया दे विच ओह नहीं दस सकदे। अगले दे दुख ते कोई ना कोई ओहला जरूर हुंदा है। हुण असीं आम जे बंदे आ, ग्रंथी आ, साडे कोल लोग हज़ारां दुख लैके आ जांदे ने भी भाई साहब आह अरदास करो, एडा वड्डा दुख है, आह दुख है। मैं छोटा जिहा सी, कमाई बड़ा वड्डा दुख लैके आई सी जिहड़ा किसी नूं दसिया नहीं जा सकदा, ते उस दुख ते मैनूं समझ नहीं सी आउंदी भी मैं महाराज जी नूं कवां की अरदास करां। ये ते फिर गुरु नानक दा घर है, सच्चे पातशाह शाहूकार दे सामने बैठे ने ते महाराज नूं हर एक गल बड़ी विस्तार दे नाल दसी जांदा है। कहंदे महाराज मैं कुछ ना कह सकिया ते अपने कीते ते दिल विच बड़ा पछताउंदा रहा कि मना एडी छेती जज्बाती नहीं सी होना चाहिए। अब पर पुरखुण सो विचार ते जिह चाहे ते पास हकारत। कहते महाराज मैं अमीर हाँ, मेरा कारोबार बड़ा वड्डा है, वस्त्र सोहणे पाए ने, पर मेरा घर पटिया गया। जिहड़ी मेरे घर वाली है ना, हुण वो पराए मर्दां दे नाल भी विचार करदी है। कहंदे जिह चाहे ते पास हकारत। कहंदे जिस नूं चाहुंदी है उस कोले चली जांदी है, कदी घर भी नहीं आउंदी। सारे परिवार की लाज छड्ड दित्ती है। कहंदे महाराज नूं शर्म भी कोई नहीं रही। बहुत मर्दां दे नाल कहंदे बहुत नरन को सो करत बिहारा। कहंदे बथेरे मर्दां दे नाल भी विचार करदी है। अस को कर्म नैनन नित देखो। कहंदे महाराज ਇਹੋ ਜਿਹੇ ਇੱਕ ਕਰਮ ਹੁੰਦੇ ਹੋਏ मैं ਆਪਣੀਆਂ ਨਜ਼ਰਾਂ ਦੇ ਨਾਲ ਦੇਖਦਾ। ਤੇ ਮਹਾਰਾਜ ਜਿਹੜੇ ਲੋਕ ਮੈਨੂੰ ਬੁਲਾਉਂਦੇ ਨਹੀਂ ਸੀ ਨਾ, ਡਰਦੇ ਸਨ ਵੀ ਸ਼ਾਹੂਕਾਰ ਨੂੰ ਬੁਲਾਈਏ ਕਿਵੇਂ, ਹੁਣ ਉਹ ਆ ਕੇ ਦੱਸ ਦਿੰਦੇ ਆ ਵੀ ਤੇਰੀ ਇਸਤਰੀ ਫਲਾਣੇ ਬੰਦੇ ਦੇ ਨਾਲ ਤੁਰੀ ਜਾਂਦੀ ਸੀ। ਕਹਿੰਦੇ ਆਸੁਕ ਕਰਮ ਨੈਨਨ ਨਿਤ ਦੇਖੋ, ਮੋਹ ਮਨ ਹੋਵਤ ਦਗਦ ਵਸੇਕੋ। ਕਹਿੰਦੇ ਮਹਾਰਾਜ ਜਦੋਂ ਮੈਨੂੰ ਦੁਨੀਆ ਦੱਸਦੀ ਹੈ ਜਾਂ ਮੈਂ ਆਪਣੀਆਂ ਅੱਖਾਂ ਦੇ ਨਾਲ ਦੇਖਦਾ ਤੇ ਮੈਨੂੰ ਦੁੱਖ ਬੜਾ ਹੁੰਦਾ ਹੈ। ਚਿੰਤਾ ਤਰ ਦੁੱਖ ਮੈਂ ਦਿਨ ਰਹਿਣਾ। ਕਹਿੰਦੇ ਮਹਾਰਾਜ ਤੁਹਾਨੂੰ ਲੱਗਦਾ ਹੋਏਗਾ, ਤੁਹਾਡੇ ਚੇਲੇ ਨੂੰ ਲੱਗਦਾ ਹੋਏਗਾ ਕਾਰੋਬਾਰ ਬੜਾ ਵੱਡਾ ਹੈ, ਮੈਂ ਸੁਖੀ ਹਾਂ। दिन रात चढ़न का इस करके नहीं पता लगता कि मैं अमीर हाँ। कहते दिन छुपदा ते रात आउंदी, सूरज चढ़दा ते छिपदा मैनू इस करके नहीं पता लगता, क्योंकि मेरा जिहड़ा मन है वो इसे चीज़ दे विच रुझिया रहिंदा भी मना एक कुकर्म करके तू गलती बड़ी वड्डी कीती है। कहते महाराज बड़ा दुख हुंदा है, दिन रात दुखी होके चिंता करदा रहना। कहते महाराज मैनू इस तरह लगता है भी दुनिया बड़ी सुखी है, मेरे वर्गा कोई इस दुनिया ते दुखी नहीं होएगा। हृदय विचारत है ना उपाई, सब लोकन ते रहो लजाई। कहते महाराज हुण ते हृदय दे विच कोई उपाय भी नहीं आ रहा भी किस तरीके दे नाल इस काम नूं रोकिया जा सके। महाराज कोई साधन भी नहीं है, इस करके सब लोगों तो लज्जत होके रहिंदा हाँ, शर्मिंदा होके रहिंदा। जिहड़े लोग मेरे अगे बोलते नहीं सन, अमीर करके सत श्री अकाल बुलाउण तो भी डरदे सन भी किते वो ना होए कि शाहूकार कुछ बोलदा है, ये अमीर बंदा दा की कर लवांगे। कहंदे अज वो लोग भी दस के जांदे ने भी तेरे घर वाली फलाने थां ते फिरदी है। महाराज जी ने बड़े प्यार दा वचन किया है। कहते सुन कै श्री प्रभ बैन अलाए, पूर्व जन्म कर्म कर आए। मारे कहते पिछले जन्म विच जेड़े कर्म करके आए हो, उन्हां कर्मां करके दुख भोगदे हो। क्योंकि गुरबाणी कहती है लेख न मिटे हे सखी, जो लिखिया करतार। जे तेरा पूर्वला कर्म जागे तेनू परमेश्वर मिल जाएगा।
ਜੇ ਤੂੰ ਪਿਛਲੇ ਕਰਮ ਦੇ ਵਿੱਚ ਭੈੜੇ ਕਰਮ ਕੀਤੇ ਨੇ ਤੇ ਅਗਲੇ ਜਨਮ ਦੇ ਵਿੱਚ ਤੈਨੂੰ ਸਜ਼ਾ ਜ਼ਰੂਰ ਮਿਲੇਗੀ, ਕਿਉਂਕਿ ਪਰਮੇਸ਼ਰ ਕਿਸੇ ਦਾ ਹੱਕ ਨਹੀਂ ਛੁਪਾ ਕੇ ਰੱਖਦਾ। ਜੇ ਤੇ ਕੋਈ ਸਜ਼ਾ ਦਾ ਭਾਗੀਦਾਰ ਹੈ ਉਹਨੂੰ ਸਜ਼ਾ ਮਿਲਦੀ ਹੈ, ਜੇ ਕੋਈ ਪੁੰਨ ਦਾ ਭਾਗੀਦਾਰ ਹੈ, ਜੇ ਕੋਈ ਸੇਵਾ ਦਾ ਭਾਗੀਦਾਰ ਹੈ ਉਹਨੂੰ ਸੇਵਾ ਮਿਲਦੀ ਹੈ। ਹੁਣ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ ਨੇ, ਕਹਿੰਦੇ ਪਿਛਲੇ ਜਨਮ ਵਿੱਚ ਜਿਹੜੇ ਕਰਮ ਕਰਕੇ ਆਏ ਹੋ ਨਾ, ਕਹਿੰਦੇ ਤਿੰਨ ਕੋ ਦੁੱਖ ਸੁੱਖ ਭੋਗੇ, ਜੋ ਬੀਜੈ ਹੈ ਸੋ ਖਾਏ। ਕਹਿੰਦੇ ਭਾਈ ਤਿੰਨਾਂ ਕਰਕੇ ਸੁੱਖ ਭੋਗਦੇ ਹੋ, ਦੁੱਖ ਭੋਗਦੇ ਹੋ, ਜੋ ਬੀਜਿਆ ਹੈ ਉਹ ਖਾਈ ਜਾਂਦੇ ਹੋ। ਮਾਰੇ ਕਹਿੰਦੇ ਜੈਸਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ ਦੱਦੈ, ਦੋਸ ਨਾ ਦੇਉ ਕਿਸੈ। ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਣਾ। ਕਹਿੰਦੇ ਜੋ ਬੰਦਾ ਕਰਦਾ ਉਹ ਪਾ ਲੈਂਦਾ, ਜੋ ਬੀਜ ਲੈਂਦਾ ਉਹ ਵੱਢ ਲੈਂਦਾ। ਕਹਿੰਦੇ ਇਹਦੇ 'ਚ ਕਿਸੇ ਦਾ ਕੋਈ ਦੋਸ਼ ਨਹੀਂ ਹੁੰਦਾ ਵੀ ਫਲਾਣੇ ਨੇ ਮੇਰੇ ਨਾਲ ਇਸ ਤਰ੍ਹਾਂ ਕੀਤੀ ਹੈ। ਭਲਿਆ ਜੋ ਤੂੰ ਕੀਤੀਆਂ ਨੇ ਉਹ ਤੈਨੂੰ ਭੁਗਤਣੀਆਂ ਪੈਣੀਆਂ ਨੇ। ਮਾਰੇ ਕਹਿੰਦੇ ਜਿਹੜੇ ਪਿਛਲੇ ਜਨਮ ਦੇ ਵਿੱਚ ਕਰਮ ਕਰਕੇ ਆਏ ਆ ਨਾ, ਉਹੋ ਜਿਹਾ ਸ਼ਾਹੂਕਾਰਾ ਸੁੱਖ ਮਿਲੀ ਜਾਂਦਾ, ਜਿਹੋ ਜਿਹੇ ਕੁਕਰਮ ਕਰਕੇ ਆਏ ਆ ਉਹੋ ਜਿਹਾ ਦੁੱਖ ਮਿਲੀ ਜਾਂਦਾ। ਤੇ ਮਾਰੇ ਕਹਿੰਦੇ ਪੁੰਨ ਕੇ ਸੁਖ ਹੋਤ ਹੈ, ਕਲਮਲ ਤੇ ਦੁੱਖ ਪਾਏ। ਕਹਿੰਦੇ ਪੁੰਨ ਕਰਨ ਨਾਲ ਸੁੱਖ ਮਿਲਦਾ, ਪਾਪ ਕਰਨ ਦੇ ਨਾਲ ਸ਼ਾਹੂਕਾਰਾ ਹਮੇਸ਼ਾ ਦੁੱਖ ਮਿਲਦਾ। ਸੱਚੇ ਪਾਤਸ਼ਾਹ ਰਹਿਮਤ ਬਖਸ਼ਿਸ਼ ਕਰਨ। ਅੱਗੇ ਮਹਾਰਾਜ ਜੀਆਂ ਨੇ ਸ਼ਾਹੂਕਾਰ ਨੂੰ ਹੋਰ ਸਿੱਖਿਆ ਦੇਣੀ। ਹੁਣ ਸੱਚੇ ਪਾਤਸ਼ਾਹ ਜੀ ਨੇ ਨਾਲ ਇੱਕ ਸ਼ਬਦ ਉਚਾਰਨ ਕਰਕੇ ਉਸ ਸ਼ਾਹੂਕਾਰ ਨੂੰ ਇਹ ਦੱਸਣਾ ਕਿ ਦੁਨੀਆ ਦੇ ਵਿੱਚ ਦੁਖੀ ਕੌਣ ਨੇ। ਹੁਣ ਆਪਾਂ ਇਹ ਗੱਲ ਕਰਦੇ ਸਾਂ ਕਿ ਨਾਨਕ ਦੁਖੀਆ ਸਭ ਸੰਸਾਰ। ਇਸ ਸ਼ਬਦ ਦਾ ਸਾਰੇ ਦਾ ਅਰਥ ਗੁਰੂ ਸਾਹਿਬ ਜੀ ਨੇ ਕਰਕੇ ਤੇ ਉਸ ਸ਼ਾਹੂਕਾਰ ਨੂੰ ਸੁਣਾਉਣਾ। ਆਪਾਂ ਸ਼ਬਦ ਪੜ੍ਹਦੇ ਹਾਂ। ਮਾਰੇ ਕਹਿੰਦੇ ਸਹੰਸਰ ਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੈ ਘਰ ਆਇਆ, ਅਜੈ ਸੋ ਰੋਵੈ ਭੀਖਿਆ ਖਾਏ। ਐਸੀ ਦਰਗਹਿ ਮਿਲੈ ਸਜਾਏ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਰੋਵੈ ਦਹਿ ਸ੍ਰੀਲੰਕ ਗਵਾਏ, ਜਿਨ ਸੀਤਾ ਆਦਿ ਡੌਰੂ ਵਾਏ। ਰੋਵੈ ਪਾਂਡਵ ਭਏ ਮਜੂਰ, ਜਿਨ ਕੇ ਸੁਆਮੀ ਰਹਿਤ ਹਦੂਰ। ਰੋਵੈ ਜਨਮੇਜਾ ਖੋਏ ਗਿਆ, ਏਕ ਹੀ ਕਾਰਨ ਪਾਪੀ ਭਇਆ। ਰੋਵੈ ਸੇਖ ਮਸਾਇਕ ਪੀਰ, ਅੰਤ ਕਾਲ ਮਤ ਲਾਗੈ ਭੀੜ। ਰੋਵੈ ਰਾਜੇ ਕੰਨ ਪੜਾਏ, ਘਰ ਘਰ ਮੰਗੇ ਭੀਖਿਆ ਜਾਏ। ਰੋਵੈ ਕਿਰਪਨ ਸੰਚੇ ਧਨ ਜਾਏ, ਪੰਡਤ ਰੋਵੈ ਗਿਆਨ ਗਵਾਏ। ਬਾਲੀ ਰੋਵੈ ਨਾਹੇ ਪਧਾਰ, ਨਾਨਕ ਦੁਖੀਆ ਸਭ ਸੰਸਾਰ। ਮੰਨੇ ਨਾਉ ਸੋਈ ਜਿਣ ਜਾਏ, ਔਰੀ ਕਰਮ ਨਾ ਲਿਖੈ ਲਏ। ਇਸ ਸ਼ਬਦ ਦੀ ਮਹਾਰਾਜ ਜੀਆਂ ਨੇ ਵਿਚਾਰ ਕਰਕੇ ਅਰਥ ਕਰਕੇ ਉਸ ਸ਼ਾਹੂਕਾਰ ਨੂੰ ਸੁਣਾਉਣੇ। ਸਾਡੇ ਮਨ ਵਿੱਚ ਵੀ ਇਹ ਸ਼ੰਕਾ ਹੋਏਗਾ ਵੀ ਫਲਾਨਾ ਬੜਾ ਸੁਖੀ ਹੈ, ਫਲਾਨਾ ਬੜਾ ਸੁਖੀ ਹੈ। ਪਰ ਮਹਾਰਾਜ ਕਹਿੰਦੇ ਨੇ ਕੋਠੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਇਹ ਜਿਹੜੀ ਅੱਗ ਹੈ ਇਹ ਹਰ ਇੱਕ ਘਰ ਦੇ ਵਿੱਚ ਹੈ। ਦੁੱਖ ਹੈ ਹਰ ਇੱਕ ਘਰ ਦੇ ਵਿੱਚ ਹੈ। ਹੁਣ ਸੱਚੇ ਪਾਤਸ਼ਾਹ ਜੀ ਨੇ ਇਸ ਸ਼ਬਦ ਦੇ ਅਰਥ ਕਰਨੇ ਨੇ। ਉਸ ਸ਼ਾਹੂਕਾਰ ਨੂੰ ਮਹਾਰਾਜ ਜੀਆਂ ਨੇ ਦਿਲਾਸਾ ਦੇਣਾ। ਗੁਰੂ ਸਾਹਿਬ ਕਿਰਪਾ ਕਰਨ ਆਪਾਂ ਰਹਿੰਦੀ ਸਾਖੀ ਵਾਚਾਂਗੇ। ਇਸੇ ਤਰ੍ਹਾਂ ਮਹਾਨ ਕਿਰਪਾ ਕਰਕੇ ਮਹਾਰਾਜ ਚਰਨਾਂ ਦੇ ਨਾਲ ਜੋੜੀ ਰੱਖਣ। ਇਸੇ ਤਰ੍ਹਾਂ ਹਾਜ਼ਰੀਆਂ ਭਰਦੇ ਰਹੀਏ, ਗੁਰ ਚਰਨਾਂ ਦੇ ਨਾਲ ਜੁੜੇ ਰਹੀਏ। ਅੰਮ੍ਰਿਤ ਵੇਲੇ ਦੀ ਦਾਤ ਬੜੀ ਅਮੁੱਲੀ ਦਾਤ ਹੈ। ਕੋਈ 9 ਵਜੇ ਵੀ ਉੱਠਦੇ ਹੋਣਗੇ, 10 ਵਜੇ ਵੀ ਉੱਠਦੇ ਹੋਣਗੇ, ਪਰ ਜੋ ਸਕੂਨ 3 ਵਜੇ ਉੱਠਣ ਦੇ ਵਿੱਚ ਹੈ ਨਾ, ਹੋਰ ਕਿਤੇ ਨਹੀਂ ਸਕੂਨ ਮਿਲਦਾ। ਜਿਹੜਾ ਬੰਦਾ ਅੰਮ੍ਰਿਤ ਵੇਲਾ ਸਾਂਭ ਲੈਂਦਾ ਉਹਦੇ ਵਰਗਾ ਕੋਈ ਵੀ ਨਹੀਂ ਹੈ। ਭਾਵੇਂ ਕੋਈ ਕਿੰਨਾ ਅਮੀਰ ਹੋਏ, ਕਿੰਨਾ ਸ਼ਹਿਜ਼ਾਦਾ ਹੋਏ, ਉਹਦੇ ਵਰਗਾ ਕੋਈ ਨਹੀਂ ਹੈ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਚਰਨ ਪਰਸ ਲੈਂਦੇ। ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਵੱਡੇ ਭਾਗਾਂ ਵਾਲੇ ਬਣਾਈ ਰੱਖਣ, ਹੋਈਆਂ ਭੁੱਲਾਂ ਦੀ ਖਿਮਾ ਕਰਨ, ਸਮੱਤ ਬਖਸ਼ਣ।